योग गुरु बाबा रामदेव ने अपनी पतंजलि कंपनी ਦੇ ਨਾਮ ਹੇਠ ਕੋਰੋਨਾ ਮਹਾਮਾਰੀ ਦੀ ਪਹਿਲੀ ਦਵਾਈ ਤਿਆਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਇਸ ਨਵੀਂ ਦਵਾਈ ਦਾ ਨਾਮ ਵੀ ਕੋਰੋਨਿਲ ਹੀ ਹੈ ਤੇ ਪਤੰਜਲि ਦਾ ਕਹਿਣਾ ਹੈ ਕਿ ਕੋਰੋਨਿਲ ਗੋਲੀਆਂ ਨਾਲ ਹੁਣ ਕੋਵਿਡ ਮਹਾਮਾਰੀ ਦਾ ਇਲਾਜ ਕੀਤਾ ਜਾਵੇਗਾ। ਦੱਸਦੀ ਕਿ ਬੀਤੇ ਦਿਨ ਬਾਬਾ ਰਾਮਦੇਵ ਨੇ ਪਤੰਜਲि ਦੀ ਇਸ ਦਵਾਈ ਨੂੰ ਲਾਂਚ ਕੀਤਾ ਹੈ ਅਤੇ ਇਸ ਮੌਕੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਉੱਥੇ ਮੌਜੂਦ ਸਨ। ਬਾਬਾ ਰਾਮਦੇਵ ਦੇ ਮੁਤਾਬਕ ਇਹ ਦਵਾਈ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਦੇ 158 ਦੇਸ਼ਾਂ ਵਿੱਚ ਨਿਰਜਾਤ ਕੀਤੀ ਜਾ ਸਕੇਗੀ ਕਿਉਂਕਿ ਇਸ ਦਵਾਈ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਦੀ ਮਨਜ਼ੂਰੀ ਵੀ ਮਿਲ ਗਈ ਹੈ। ਬਾਬਾ ਰਾਮਦੇਵ ਦੁਆਰਾ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਸਰਕਾਰ ਸਮੇਤ ਅੰਤਰਰਾਸ਼ਟਰੀ ਪੈਰਾਮੀਟਰਾਂ ਨੂੰ ਪਾਸ ਕਰਕੇ ਕੋਰੋਨਿਲ ਦਵਾਈ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਵੀ ਪ੍ਰਵਾਨਗੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਦੀ ਮੌਜੂਦਗੀ ਕਾਰਨ ਬਾਬਾ ਰਾਮਦੇਵ ਦੇ ਇਹਨਾਂ ਦਾਅਵਿਆਂ ਨੂੰ ਵੱਡਾ ਬਲ ਵੀ ਮਿਲਿਆ है। भारत में आज़ादी के बाद पहला नेशनल आयुष मिशन स्थापित किया, यानी सरकार इस संदर्भ में जो बाबा जी का सपना है, सरकार का भी वही सपना है। और आज इस बात की खुशी है कि कोविड काल के अंदर जो कोविड के लिए प्रिवेंशन की दृष्टि से, ट्रीटमेंट की दृष्टि से, जहां एक तरफ बाबा जी के संस्थान ने पूरा रिसर्च किया और जिसके बारे में अभी कहा गया कि वो सारे प्रेजेंटेशंस भी अभी करेंगे, और जो सबसे बड़ा चैलेंज था हमारे देश के सामने कि हम अच्छे हैं ये हमें भी पता है, दुनिया भी मानती है, कहती है, लेकिन उसको दबे स्वर में कहती है, उसको इस्तेमाल भी करती है, लेकिन उसके बावजूद भी हमको स्वीकार नहीं करती है। उसको साइंटिफिक जब मॉडर्न टूल्स की मदद से हम दुनिया के सामने पुनर्स्थापित करते हैं तो कोई उसको ਚੈਲੰਜ ਨਹੀਂ ਕਰ ਸਕਤਾ। ਦਵਾਈ ਨੂੰ ਲਾਂਚ ਕਰਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਯੋਗ ਆਯੁਰਵੈਦ ਨੂੰ ਖੋਜ ਆਧਾਰਿਤ ਇਲਾਜ ਦੇ ਤੌਰ ਤੇ ਡਾਕਟਰੀ ਵਿਧੀ ਵਜੋਂ ਅਪਣਾਇਆ ਜਾ ਰਿਹਾ ਹੈ। ਇਹ ਵੀ ਜਾਣਨਾ ਜ਼ਰੂਰੀ ਹੈ ਕਿ ਕੋਰੋਨਿਲ ਦਵਾਈ ਉਹੀ ਦਵਾਈ ਹੈ ਜੋ ਬਾਬਾ ਰਾਮਦੇਵ ਦੁਆਰਾ ਪਹਿਲਾਂ ਵੀ ਇੱਕ ਵਾਰ ਲਾਂਚ ਕੀਤੀ ਗਈ ਸੀ, ਪਰ ਹੁਣ ਬਾਬਾ ਰਾਮਦੇਵ ਦੁਆਰਾ ਇਸ ਦਵਾਈ ਨੂੰ ਟ੍ਰਾਇਲ ਅਤੇ ਰਿਸਰਚ ਦੇ ਪੜਾਵਾਂ ਨੂੰ ਪਾਰ ਕਰਨ ਤੋਂ ਬਾਅਦ ਲਾਂਚ ਕੀਤਾ ਗਿਆ ਹੈ। और कोरोनिल के संदर्भ में 9 रिसर्च पेपर वर्ल्ड के टॉप इंपैक्ट वाले रिसर्च जर्नल्स में पब्लिश हो चुके हैं। उसमें 16 रिसर्च पेपर पाइपलाइन में है। ਦੱਸਦੀ ਕਿ ਪਤੰਜਲੀ ਦੁਆਰਾ 23 ਜੂਨ 2020 ਨੂੰ ਕੋਰੋਨਾ ਦੇ ਲਈ ਕੋਰੋਨਿਲ ਨੂੰ ਲਾਂਚ ਕੀਤਾ ਗਿਆ ਸੀ ਅਤੇ ਪਤੰਜਲੀ ਦੁਆਰਾ 7 ਦਿਨਾਂ ਦੇ ਅੰਦਰ ਇਸ ਦਵਾਈ ਰਾਹੀਂ ਕੋਰੋਨਾ ਦਾ ਇਲਾਜ ਕਰਨ ਦਾ ਦਾਅਵਾ ਵੀ ਕੀਤਾ ਗਿਆ ਸੀ। ਹਾਲਾਂਕਿ ਕੋਰੋਨਿਲ ਦਵਾਈ ਬਾਜ਼ਾਰ ਵਿੱਚ ਆਉਂਦਿਆਂ ਹੀ ਉਸ ਦੇ ਉੱਪਰ ਵਿਵਾਦ ਖੜੇ ਹੋ ਗਏ ਸਨ, ਜਿਸ ਤੋਂ ਬਾਅਦ ਪਤੰਜਲੀ ਨੇ ਇਹ ਸਫਾਈ ਦਿੱਤੀ ਸੀ ਕਿ ਕੋਰੋਨਿਲ ਨਾਮਕ ਇਹ ਦਵਾਈ ਕੋਰੋਨਾ ਨੂੰ ਖਤਮ ਕਰਨ ਦੇ ਲਈ ਨਹੀਂ ਹੈ, ਸਗੋਂ ਸਿਰਫ ਇੱਕ ਇਮਿਊਨਿਟੀ ਬੂਸਟਰ ਦੇ ਵਜੋਂ ਹੈ। पहली आयुर्वेदिक क्लिनिकली कंट्रोल ट्रायल बेस्ड एविडेंस रिसर्च बेस्ड मेडिसिन पतंजलि रिसर्च सेंटर और नीम्स के संयुक्त प्रयास से तैयार हो गई है। इसके लिए हम आप सभी साइंटिस्टों का बहुत बहुत अभिनंदन करते हैं। आज बहुत गौरव का क्षण। दवाई के अंदर तो ये हमने कहा ही नहीं कि ये हम कोरोना को जो है कंट्रोल करते हैं, क्योर करते हैं। हमने कहा कि हमने ये दवाइयाँ बनाई थी, वो क्लिनिकल रिसर्च के अंदर ये दवाइयाँ दे दी, दवाई देने से कोरोना के रोगी ठीक हो गए। ਹੁਣ ਇੱਕ ਵਾਰ ਫਿਰ ਤੋਂ ਬਾਬਾ ਰਾਮਦੇਵ ਦੁਆਰਾ ਉਸੇ ਕੋਰੋਨਿਲ ਨਾਮ ਤੋਂ ਇਹ ਦਵਾਈ ਲਾਂਚ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਜੂਨ ਮਹੀਨੇ ਦੇ ਵਿੱਚ ਕੋਰੋਨਿਲ ਦਵਾਈ ਦਾ 100 ਮਰੀਜ਼ਾਂ ਉੱਪਰ ਟ੍ਰਾਇਲ ਵੀ ਕੀਤਾ ਗਿਆ ਸੀ। 50 ਮਰੀਜ਼ਾਂ ਨੂੰ ਕੋਰੋਨਿਲ ਦਵਾਈ ਦਿੱਤੀ ਗਈ ਤੇ 50 ਮਰੀਜ਼ਾਂ ਨੂੰ ਦਵਾਈ ਵਰਗੀ ਚੀਜ਼ ਦਿੱਤੀ ਗਈ ਜਿਸ ਨੂੰ ਪਲੈਸੀਬੋ ਕਹਿੰਦੇ ਨੇ। ਜਿਨ੍ਹਾਂ ਨੂੰ ਦਵਾਈ ਦਿੱਤੀ ਗਈ ਉਹ ਮਰੀਜ਼ 7 ਦਿਨਾਂ ਦੇ ਅੰਦਰ ਕੋਰੋਨਾ ਪੋਜ਼ਿਟਿਵ ਤੋਂ ਨੈਗੇਟਿਵ ਹੋ ਗਏ ਅਤੇ ਜਿਨ੍ਹਾਂ ਨੂੰ ਦਵਾਈ ਨਹੀਂ ਦਿੱਤੀ ਗਈ ਉਹਨਾਂ ਮਰੀਜ਼ਾਂ ਵਿੱਚੋਂ ਸਿਰਫ 60% ਹੀ ਪੋਜ਼ਿਟਿਵ ਤੋਂ ਨੈਗੇਟਿਵ ਹੋ ਸਕੇ। ਇਹ ਵੀ ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਮਰੀਜ਼ਾਂ ਉੱਪਰ ਇਸ ਦਵਾਈ ਦਾ ਟ੍ਰਾਇਲ ਕੀਤਾ ਗਿਆ ਸੀ ਉਹ ਅਜਿਹੇ ਮਰੀਜ਼ ਸਨ ਜਿਨ੍ਹਾਂ ਨੂੰ ਕੋਰੋਨਾ ਪੋਜ਼ਿਟਿਵ ਦੀ ਪੁਸ਼ਟੀ ਤਾਂ ਹੋਈ ਸੀ, ਪਰ ਉਹਨਾਂ ਮਰੀਜ਼ਾਂ ਵਿੱਚ ਬਿਮਾਰੀ ਦੇ ਲੱਛਣ ਨਹੀਂ ਸਨ ਜਾਂ ਬਹੁਤ ਘੱਟ ਲੱਛਣ ਸਨ। ਟ੍ਰਾਇਲ ਅਤੇ ਰਿਸਰਚ ਦੇ ਆਧਾਰ ਤੇ ਹੀ ਡਰੱਗ ਕੰਟਰੋਲਰ ਆਫ ਇੰਡੀਆ ਦੁਆਰਾ ਦਿਵਿਆ ਕੋਰੋਨਿਲ ਟੈਬਲੇਟ ਨੂੰ ਸਰਕਾਰੀ ਸਰਟੀਫਿਕੇਟ ਦਿੱਤਾ ਗਿਆ ਹੈ। ਭਾਰਤੀ ਸਿਹਤ ਵਿਭਾਗ ਦੁਆਰਾ ਕੋਰੋਨਿਲ ਨੂੰ ਕੋਰੋਨਾ ਬਿਮਾਰੀ ਵਿੱਚ ਸਹਾਇਕ ਉਪਾਅ ਦੱਸਦੇ ਹੋਏ ਮਨਜ਼ੂਰੀ ਅਤੇ ਲਾਇਸੈਂਸ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪਹਿਲਾਂ ਸਿਰਫ ਇਮਿਊਨਿਟੀ ਬੂਸਟ ਵਜੋਂ ਦੇਖੀ ਜਾ ਰਹੀ ਕੋਰੋਨਿਲ ਦਵਾਈ ਹੁਣ ਤਕਨੀਕੀ ਰੂਪ ਨਾਲ ਵੀ ਕੋਰੋਨਾ ਬਿਮਾਰੀ ਲਈ ਮਾਨਤਾ ਪ੍ਰਾਪਤ ਦਵਾਈ ਵਜੋਂ ਮਨਜ਼ੂਰ ਕੀਤੀ ਜਾ ਚੁੱਕੀ ਹੈ। ਕੋਰੋਨਿਲ ਦਵਾਈ ਨੂੰ ਲਾਂਚ ਕਰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਜਦੋਂ ਅਸੀਂ ਕੋਰੋਨਿਲ ਰਾਹੀਂ ਲੱਖਾਂ ਲੋਕਾਂ ਨੂੰ ਜੀਵਨ ਦੇਣ ਦਾ ਕੰਮ ਕਰ ਰਹੇ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਦੇ ਉੱਪਰ ਸਵਾਲ ਉਠਾਏ। ਕੁਝ ਲੋਕਾਂ ਦੇ ਮਨ ਵਿੱਚ ਇਹ ਰਹਿੰਦਾ ਹੈ ਕਿ ਰਿਸਰਚ ਸਿਰਫ ਵਿਦੇਸ਼ਾਂ ਦੇ ਵਿੱਚ ਹੀ ਹੋ ਸਕਦੀ ਹੈ, ਖਾਸ ਤੌਰ ਤੇ ਆਯੁਰਵੇਦ ਨੂੰ ਖੋਜ ਦੇ ਪੱਖ ਤੋਂ ਸ਼ੱਕਾਂ ਤਹਿਤ ਦੇਖਿਆ ਜਾਂਦਾ ਹੈ। ਉਹਨਾਂ ਇਹ ਵੀ ਆਖਿਆ ਕਿ ਅਸੀਂ ਹੁਣ ਸਾਰੇ ਸ਼ੱਕ ਦੂਰ ਕਰ ਦਿੱਤੇ ਨੇ ਅਤੇ ਕੋਰੋਨਿਲ ਤੋਂ ਇਲਾਵਾ ਅਲੱਗ-ਅਲੱਗ ਬਿਮਾਰੀਆਂ ਦੇ ਉੱਪਰ ਵੀ ਅਸੀਂ ਰਿਸਰਚ ਕੀਤੀ ਹੈ। जब हमने कोरोनिल स्वासारी और अणु तेल के द्वारा लाखों लोगों को जीवन दान देने का काम किया तो बहुत लोगों ने प्रश्न उठाए कि इसके साइंटिफिक पैरामीटर्स को फॉलो किया गया है, नहीं किया गया। कुछ लोगों के मन में ही ऐसा रहता है कि रिसर्च का काम तो केवल जो है विदेश में ही हो सकता है, और वो भी आयुर्वेद में रिसर्च का काम कोई करे तो लोग शक की निगाहों से देखते हैं।
वो शक के सारे बादल हमने अब छांट दिए हैं। ਇਸ ਮੌਕੇ ਹਾਜ਼ਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪਤੰਜਲੀ ਦੀ ਕੋਰੋਨਲ ਦਵਾਈ ਲਈ ਬਾਬਾ ਰਾਮਦੇਵ ਅਤੇ ਆਚਾਰਿਆ ਬਾਲਕ੍ਰਿਸ਼ਨ ਦਾ ਧੰਨਵਾਦ ਵੀ ਕੀਤਾ। ਕੋਰੋਨਲ ਦਵਾਈ ਨੂੰ ਲਾਂਚ ਕਰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦੁਆਰਾ ਕੋਰੋਨਲ ਦੇ ਅਸਰ ਦਾ ਵਿਗਿਆਨਿਕ ਖੋਜ ਪੱਤਰ ਵੀ ਜਾਰੀ ਕੀਤਾ ਗਿਆ। ਪਤੰਜਲੀ ਦਾ ਦਾਅਵਾ ਹੈ ਕਿ ਇਸ ਦਵਾਈ ਨੂੰ 100 ਤੋਂ ਜ਼ਿਆਦਾ ਵਿਗਿਆਨੀਆਂ ਦੁਆਰਾ ਮਿਲ ਕੇ ਤਿਆਰ ਕੀਤਾ ਗਿਆ ਹੈ। ਪਤੰਜਲੀ ਦਾ ਦਾਅਵਾ ਹੈ ਕਿ ਇਸ ਦਵਾਈ ਨੂੰ 100 ਤੋਂ ਜ਼ਿਆਦਾ ਵਿਗਿਆਨੀਆਂ ਦੁਆਰਾ ਮਿਲ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਸ਼ਾਮਿਲ ਅਸ਼ੁੱਧੀਆਂ ਦੀ ਵਰਤੋਂ ਨਾਲ ਸਿਰਫ ਇਮਿਊਨਿਟੀ ਹੀ ਮਜ਼ਬੂਤ ਨਹੀਂ ਹੋਵੇਗੀ, ਸਗੋਂ ਕੋਰੋਨਾ ਨੂੰ ਵੀ ਖਤਮ ਕੀਤਾ ਜਾਵੇਗਾ। ਜ਼ਿਕਰ ਜੋ ਹੈ ਕਿ ਕੋਰੋਨਾ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਭਾਰਤ ਦੇ ਅੰਦਰ ਕੋਰੋਨਾ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ, ਪਰ ਇਹ ਸਿਰਫ ਕੋਰੋਨਾ ਦੀ ਵੈਕਸੀਨ ਹੈ। ਅਜੇ ਤੱਕ ਕੋਰੋਨਾ ਮਹਾਮਾਰੀ ਦੀ ਦਵਾਈ ਤਿਆਰ ਕੀਤੇ ਜਾਣ ਦਾ ਦਾਅਵਾ ਭਾਰਤ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਹੈ ਅਤੇ ਇਸ ਦੇ ਦਰਮਿਆਨ ਹੀ ਬਾਬਾ ਰਾਮਦੇਵ ਨੇ ਦੁਨੀਆ ਦੀ ਪਹਿਲੀ ਕੋਰੋਨਾ ਦਵਾਈ ਦਾ ਦਾਅਵਾ ਕਰਦੇ ਹੋਏ ਕੋਰੋਨਲ ਨੂੰ ਲਾਂਚ ਕਰ ਦਿੱਤਾ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਭਾਰਤ ਅੰਦਰ ਕੋਰੋਨਲ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹਿੰਦੀ ਹੈ। ਬਿਊਰੋ ਰਿਪੋਰਟ, ਦੇਸ਼ ਪ੍ਰਦੇਸ਼ ਟੀਵੀ, ਚੰਡੀਗੜ੍ਹ।